ਬਠਿੰਡਾ ਦੇ ਗ੍ਰੀਨ ਪੈਲੇਸ ਵਿੱਚ ਸਮਾਜ ਸੇਵਾ ਦੇ ਨਾਂ 'ਤੇ ਇੱਕ ਬੀਬੀ ਵੱਲੋਂ ਰੱਖਿਆ ਗਿਆ ਸੀ ਬੀਜੇਪੀ ਦਾ ਪ੍ਰੋਗਰਾਮ, ਤੇ ਕੀਤੇ ਜਾਣੇ ਸਨ 250 ਦੇ ਕਰੀਬ ਬੀਜੇਪੀ ਦੇ ਵਿੱਚ ਵਰਕਰ ਸ਼ਾਮਲ। ਦੱਸ ਦਈਏ ਕਿ ਅੱਜ ਬਠਿੰਡਾ ਦੇ ਗ੍ਰੀਨ ਪੈਲੇਸ ਵਿਖੇ ਇੱਕ ਸਮਾਜ ਸੇਵੀ ਵੀਨੂ ਗੋਇਲ, ਆਪਣੇ ਆਪ ਨੂੰ ਸਮਾਜ ਸੇਵੀ ਕਹਾਉਣ ਵਾਲੀ ਵੀਨੂ ਗੋਇਲ ਮੈਡਮ ਵੱਲੋਂ ਇੱਕ ਸਮਾਗਮ ਰੱਖਿਆ ਗਿਆ, ਸੂਫੀ ਸਮਾਗਮ ਰੱਖਿਆ ਗਿਆ ਸੀ, ਜਿਸ ਦੇ ਵਿੱਚ ਬੀਜੇਪੀ ਦੇ ਆਲਾ ਲੀਡਰਾਂ ਵੱਲੋਂ ਪਹੁੰਚਣਾ ਸੀ, ਤੇ ਲੇਕਿਨ ਕਿਸਾਨਾਂ ਨੂੰ ਜਦੋਂ ਇਸਦੀ ਭਿਣਕ ਲੱਗੀ ਤਾਂ ਕਿਸਾਨ ਵੀ ਉੱਥੇ ਮੌਕੇ 'ਤੇ ਪਹੁੰਚ ਗਏ ਤੇ ਉਹਨਾਂ ਨੇ ਵਿਰੋਧ ਕੀਤਾ। ਦੱਸ ਦਈਏ ਕਿ ਇਹਨਾਂ ਵੱਲੋਂ ਪਹਿਲਾਂ ਬੀਜੇਪੀ ਦਾ ਇਹ ਪ੍ਰੋਗਰਾਮ ਨਹੀਂ ਰੱਖਿਆ ਗਿਆ ਸੀ। ਇਹਨਾਂ ਦਾ ਆਖਣਾ ਕਿ ਸਾਡੇ ਵੱਲੋਂ ਇਹ ਪ੍ਰੋਗਰਾਮ ਬੀਜੇਪੀ ਦਾ ਨਹੀਂ ਹੈ, ਸਿਰਫ ਸੂਫੀ ਪ੍ਰੋਗਰਾਮ ਸੀ। ਲੇਕਿਨ ਜਦੋਂ ਕਿਸਾਨਾਂ ਨੇ ਇਹਨਾਂ ਦਾ ਵਿਰੋਧ ਕਰਕੇ ਇਹਨਾਂ ਦੇ ਗੇਟ ਨੂੰ ਬੰਦ ਕਰ ਦਿੱਤਾ ਗਿਆ ਤਾਂ ਇਹਨਾਂ ਨੇ ਫਿਰ ਕਾਫੀ ਸਾਰੇ ਮੋਦੀ ਦੇ ਗੁਣ ਗਾਏ। ਇਹਨਾਂ ਵੱਲੋਂ ਮੋਦੀ ਦੇ ਗੁਣ ਗਾਉਂਦੇ ਕਿਹਾ ਕਿ ਮੋਦੀ ਸਾਹਿਬ ਲੋਕਾਂ ਦੇ ਭਲਾਈ ਲਈ ਕੰਮ ਕਰ ਰਹੇ, ਇਸ ਲਈ ਸਾਡੇ ਵੱਲੋਂ ਇਹ ਬੀਜੇਪੀ ਦਾ ਹੀ ਸਮਾਗਮ ਰੱਖਿਆ ਗਿਆ ਸੀ। ਪਹਿਲਾਂ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਸੀ, ਪਰ ਜਦੋਂ ਕਿਸਾਨਾਂ ਨੇ ਵਿਰੋਧ ਕਰ ਦਿੱਤਾ ਤਾਂ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਇਹ ਬੀਜੇਪੀ ਦਾ ਇੱਕ ਪ੍ਰੋਗਰਾਮ ਸੀ, ਜਿਸ ਦੇ ਵਿੱਚ 200 ਤੋਂ 250 ਦੇ ਕਰੀਬ ਸਾਡੇ ਵੱਲੋਂ ਅੱਜ ਵਰਕਰ ਸ਼ਾਮਲ ਕੀਤੇ ਜਾਣੇ ਸਨ। ਲੇਕਿਨ ਕਿਸਾਨਾਂ ਦੇ ਵਿਰੋਧ ਤੋਂ ਬਾਅਦ ਇਹ ਪ੍ਰੋਗਰਾਮ ਉੱਥੇ ਧਰਿਆ ਰਹਿ ਗਿਆ, ਕਿਉਂਕਿ ਇਹਨਾਂ ਵੱਲੋਂ ਕਾਫੀ ਖਰਚਾ ਕੀਤਾ ਗਿਆ ਜੀ। ਪੈਲੇਸ ਦੇ ਅੰਦਰ ਲੋਕਾਂ ਦੇ ਲਈ ਰੋਟੀ ਪਾਣੀ ਦਾ ਵੀ ਇੰਤਜ਼ਾਮ ਕੀਤਾ ਗਿਆ ਸੀ, ਲੇਕਿਨ ਕੁਰਸੀਆਂ ਉਸੇ ਤਰ੍ਹਾਂ ਹੀ ਉੱਥੇ ਧਰੀਆਂ ਰਹੀਆਂ, ਕੁਰਸੀਆਂ ਸਾਫ਼ ਕੀਤੀਆਂ ਕਰਾਈਆਂ ਰਹੀਆਂ। ਕੋਈ ਲੀਡਰ ਇੱਥੇ ਨਹੀਂ ਪਹੁੰਚਣ ਦਿੱਤਾ ਗਿਆ ਕਿਸਾਨਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ। ਉਧਰ ਕਿਸਾਨ ਆਗੂਆਂ ਨੇ ਬੋਲਦਿਆਂ ਕਿਹਾ ਕਿ ਬੀਜੇਪੀ ਦਾ ਕੋਈ ਵੀ ਪ੍ਰੋਗਰਾਮ ਸਾਡੇ ਵੱਲੋਂ ਬਠਿੰਡਾ ਸ਼ਹਿਰ ਦੇ ਕੀ ਪੂਰੇ ਪੰਜਾਬ ਜਾਂ ਪੂਰੇ ਦੇਸ਼ ਦੇ ਵਿੱਚ ਨਹੀਂ ਕਰਨ ਦਿੱਤਾ ਜਾਵੇਗਾ। ਤੇ ਇੱਧਰ ਬੀਬੀ ਵੀਨੂ ਗੋਇਲ ਨੇ ਬੋਲਦਿਆਂ ਕਿਹਾ ਕਿ ਬੀਜੇਪੀ ਇੱਕ ਵਧੀਆ ਪਾਰਟੀ ਹੈ ਤੇ ਕਿਸਾਨ ਜੋ ਬਾਹਰ ਬੈਠੇ ਹਨ ਇਹ ਕਿਸਾਨ ਹੀ ਨਹੀਂ ਹਨ, ਇਹ ਤਾਂ ਸਿਰਫ ਇੱਕ ਆਮ ਲੋਕ ਹਨ ਜੋ ਇਹ ਬੀਜੇਪੀ ਦਾ ਵਿਰੋਧ ਕਰ ਰਹੇ ਹਨ, ਇਹ ਕਿਸਾਨ ਨਹੀਂ ਹਨ। ਤੇ ਉਹਨਾਂ ਕਿਹਾ ਕਿ ਕਿਸਾਨਾਂ ਦੇ ਨਾਲ ਮੋਦੀ ਸਾਹਿਬ ਗੱਲ ਕਰਨਾ ਚਾਹੁੰਦੇ ਹਨ, ਲੇਕਿਨ ਇਹ ਕਿਸਾਨ ਗੱਲ ਨਹੀਂ ਕਰ ਰਹੇ, ਇਸ ਲਈ ਇਹਨਾਂ ਦੇ ਇਹ ਕਾਨੂੰਨ ਰੱਦ ਨਹੀਂ ਹੋ ਰਹੇ। ਇਹ ਕਿਤੇ ਨਾ ਕਿਤੇ ਇਹਨਾਂ ਨੂੰ ਬੈਠ ਕੇ ਮੋਦੀ ਸਾਹਿਬ ਦੇ ਨਾਲ ਗੱਲ ਕਰਨੀ ਚਾਹੀਦੀ। ਅੱਜ ਬੀਬੀ ਵੱਲੋਂ ਬੀਜੇਪੀ ਦੇ ਕਾਫੀ ਗੁਣ ਗਾਏ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਬੀਬੀ ਵੱਲੋਂ ਕਾਫੀ ਸਮਾਗਮ ਸ਼ਹਿਰ ਦੇ ਅੰਦਰ ਵੀ ਆਪਣਾ ਕੀਤੇ ਜਾਂਦੇ ਆ, ਤੇ ਇਹਨਾਂ ਵੱਲੋਂ ਲਗਾਤਾਰ ਬੀਜੇਪੀ ਦਾ ਸ਼ੁਰੂ ਤੋਂ ਹੀ ਪ੍ਰਚਾਰ ਕੀਤਾ ਜਾ ਰਿਹਾ, ਕਿਉਂਕਿ ਇਹ ਸ਼ੁਰੂ ਤੋਂ ਹੀ ਬੀਜੇਪੀ ਦੇ ਨਾਲ ਜੁੜੇ ਹੋਏ ਹਨ ਤੇ ਲੋਕਾਂ ਦਾ ਇਕੱਠ ਇੱਥੇ ਕੀਤਾ ਜਾਂਦਾ। ਕਿਤੇ ਨਾ ਕਿਤੇ ਬੀਜੇਪੀ ਦਾ ਪ੍ਰਚਾਰ ਪਹਿਲਾਂ ਤੋਂ ਹੀ ਲਗਾਤਾਰ ਇਹਨਾਂ ਵੱਲੋਂ ਬਠਿੰਡਾ ਵਿੱਚ ਕੀਤਾ ਜਾ ਰਿਹਾ। ਇੱਥੋਂ BKU ਅਗਰਾਹਾਂ ਦੀ ਔਰਤ ਵਿੰਗ ਦੀ ਜ਼ਿਲ੍ਹਾ। ਹਾਂਜੀ, ਤੁਸੀਂ ਅੱਜ ਧਰਨੇ ਤੇ ਆਏ ਹੋਗੇ, ਕੀ ਕਹਿਣਾ? ਹਾਂਜੀ, ਇੱਥੇ ਬੀਜੇਪੀ ਦੇ ਕਿਸੇ ਨੁਮਾਇੰਦੇ ਨੇ ਆਉਣਾ ਸੀਗਾ, ਕਿਉਂਕਿ ਉਹਨਾਂ ਦਾ ਪ੍ਰੋਗਰਾਮ ਰੱਖਿਆ ਹੋਇਆ ਸੀ। ਅਸੀਂ ਕਹਿੰਦੇ ਹਾਂ ਸਾਡੇ ਬੀਜੇਪੀ ਦੇ ਖਿਲਾਫ ਦਿੱਲੀ ਦੇ ਵਿੱਚ ਲਗਾਤਾਰ ਅਸੀਂ ਲੜਾਈ ਲੜ ਰਹੇ ਹਾਂ। ਉੱਥੇ ਤਾਂ ਸਰਕਾਰ ਦੀ ਚੁੱਪ ਧਾਰੀ ਹੋਈ ਹੈ, 1 ਸਾਲ ਹੋ ਚੱਲਿਆ, ਤੇ ਇੱਧਰ ਇਹ ਰੈਲੀਆਂ ਕਰ ਰਹੇ ਨੇ। ਜਿੰਨਾ ਟਾਈਮ ਇਹ ਕਾਲੇ ਕਾਨੂੰਨ ਰੱਦ ਨਹੀਂ ਹੋ ਜਾਂਦੇ, ਅਸੀਂ ਬੀਜੇਪੀ ਦੀ ਜਿਹੜੀ ਸਰਕਾਰ ਹੈ ਉਹਨੂੰ ਨਾ ਕਿਤੇ ਰੈਲੀ ਕਰਨ ਦੇਵਾਂਗੇ ਨਾ ਪ੍ਰੋਗਰਾਮ ਕਰਨ ਦੇਵਾਂਗੇ। ਹੁਣ ਇਹ ਬਦਲ ਰਹੇ ਨੇ ਆਪਦੀ ਗੱਲ ਨੂੰ। ਪਹਿਲਾਂ ਇਹਨਾਂ ਦਾ ਪ੍ਰੋਗਰਾਮ ਰੱਖਿਆ, ਹੁਣ ਇਹ ਕਹਿ ਰਹੇ ਨੇ ਕਿ ਲੇਡੀਜ਼ ਭੇਜੀ ਹੈ ਵੀ ਇੱਥੇ ਤਾਂ ਧਾਰਮਿਕ ਪ੍ਰੋਗਰਾਮ ਰੱਖਿਆ ਹੋਇਆ, ਚਾਹ ਪਾਰਟੀ ਰੱਖੀ ਵੀ ਹੈ। ਇਹ ਸਾਨੂੰ ਕੱਚੀਆਂ ਗੋਲੀਆਂ ਖੇਡਣ ਦੀ ਆਦਤ ਨਹੀਂ ਹੈਗੀ। ਅਸੀਂ ਜੋ ਵੀ ਪੂਰਾ ਪ੍ਰੋਗਰਾਮ ਲੀਕਦੇ ਹਾਂ, ਅਸੀਂ ਉਹ ਪ੍ਰੋਗਰਾਮ ਕਰਦੇ ਹਾਂ, ਅਸੀਂ ਪੂਰੀ ਘੋਖ ਪੜਤਾਲ ਦੇ ਨਾਲ ਜਿੱਥੋਂ ਫੇਰ ਕਰਦੇ ਹਾਂ। ਇਹ ਹੁਣ ਸਰਾਸਰ ਝੂਠ ਬੋਲ ਰਹੇ ਨੇ ਤੇ ਅਸੀਂ ਇੱਥੇ ਬੀਜੇਪੀ ਦੇ ਲੀਡਰ ਨੂੰ ਕਿਸੇ ਨੂੰ ਛਿਪਣ ਨਹੀਂ ਦੇਵਾਂਗੇ। ਜੋ ਮਰਜ਼ੀ ਸਰਕਾਰ ਕਰ ਲੇ, ਚਾਹੇ ਮੱਥੇ ਪਾੜੇ, ਚਾਹੇ ਜੇਲ੍ਹੀਂ ਸਿੱਟੇ, ਚਾਹੇ ਗੋਲੀਆਂ ਚਲਾਵੇ। ਮੇਰਾ ਨਾਮ ਹਰਜਿੰਦਰ ਸਿੰਘ BKU ਏਕਤਾ ਉਗਰਾਹਾਂ ਦਾ ਜ਼ਿਲ੍ਹਾ ਜਨ ਸੈਕਟਰੀ ਹਾਂ ਮੈਂ। ਹਾਂਜੀ, ਅੱਜ ਦਾ ਕੀ ਪ੍ਰੋਟੈਸਟ ਕੀਤਾ ਯਾਰ, ਕਿੰਨਾ ਵੱਲੋਂ? ਅੱਜ ਬੀਜੇਪੀ ਦੀ ਕੋਈ ਆਗੂ ਹੈ ਜਿਹੜੀ ਉਹ ਆ ਰਹੀ ਹੈ ਇੱਥੇ, ਸਾਨੂੰ ਪਤਾ ਰਾਤ ਲੱਗਿਆ, ਅਸੀਂ ਸਾਰੀ ਰਾਤ ਦੇ ਤਿਆਰ ਹਾਂ। ਸਰਕਾਰ ਜਿਹੜੇ ਮਰਜ਼ੀ ਰਾਹ ਤੇ ਆ ਜੇ, ਹਰ ਹਾਲਤ ਅਸੀਂ ਬੀਜੇਪੀ ਦੇ ਆਗੂਆਂ ਨੂੰ ਪੰਜਾਬ ਦੀ ਧਰਤੀ ਤੇ ਪੈਰ ਨਹੀਂ ਧਰਨ ਦਿਆਂਗੇ। ਚੇਤਾਵਨੀ ਦਿੰਨੇ ਆ, ਚਾਹੇ ਜਿੰਨੇ ਮਰਜ਼ੀ ਆਹੂ ਲੈ ਜਾਣ, ਪ੍ਰਸ਼ਾਸਨ ਜਿਹੜੇ ਮਰਜ਼ੀ ਰੰਗ ਦੇ ਵਿੱਚ ਆ ਜੇ, ਅਸੀਂ ਪੰਜਾਬ ਦੀ ਧਰਤੀ ਤੇ ਬੀਜੇਪੀ ਨੂੰ ਪੈਰ ਨਹੀਂ ਧਰਨ ਦਿਆਂਗੇ। ਜਿੰਨਾ ਚਿਰ ਜਿਹੜੇ ਖੇਤੀ ਵਿਰੋਧੀ ਕਾਲੇ ਕਾਨੂੰਨ ਹੈ ਉਹ ਰੱਦ ਨਹੀਂ ਕੀਤੇ ਜਾਂਦੇ, ਉਹਨਾਂ ਚਿਰ ਮਤ ਸੋਚਣ ਵੀ ਪੰਜਾਬ 'ਚ ਅਸੀਂ ਪ੍ਰੋਗਰਾਮ ਮੌਜ ਨਾਲ ਕਰ ਲਿਆ ਕਰਾਂਗੇ। ਕਿਉਂਕਿ ਸਾਰੀ ਰਾਤ ਹੋ ਗਈ ਸਾਨੂੰ ਲਗਾਤਾਰ ਆ ਪਹਿਰੇਦਾਰੀ ਕਰਦਿਆਂ ਨੂੰ, ਤੇ ਦਿਨ ਚੜ੍ਹਦੇ ਤੇ ਅਸੀਂ ਆਏ ਹੋਏ ਆ। ਤੁਸੀਂ ਦੇਖੋ ਜਿਹੜੀ ਪੰਜਾਬ ਸਰਕਾਰ ਕਹਿੰਦੀ ਨਹੀਂ ਥੱਕਦੀ ਵੀ ਅਸੀਂ ਬੀਜੇਪੀ ਦੇ ਖਿਲਾਫ ਆ, ਮਤੇ ਪਾਉਨੇ ਆ ਕਾਨੂੰਨਾਂ ਦੇ ਖਿਲਾਫ, ਨਾਲ ਪੁਲਿਸ ਦੀਆਂ ਧਾੜਾਂ ਚੜ੍ਹਾ ਦਿੰਦੇ ਆ ਉਹਨਾਂ ਦੇ ਬਰਾਬਰ। ਇਸ ਕਰਕੇ ਅਸੀਂ ਪੰਜਾਬ ਸਰਕਾਰ ਨੂੰ ਇਹ ਚੇਤਾਵਨੀ ਦੇਣੀ ਚਾਹੁੰਦੇ ਆ, ਭੁਲੇਖੇ 'ਚ ਨਾ ਰਹਿ ਜਾਣ। ਨੰਗੇ ਕਰਕੇ ਛੱਡਾਂਗੇ ਪੰਜਾਬ ਵਾਲਿਆਂ ਨੂੰ ਵੀ ਜੇ ਬੀਜੇਪੀ ਦੇ ਬਰਾਬਰ ਖੜਾਂਗੇ। ਅੱਜ ਅਸੀਂ ਭਾਰਤੀ ਕਿਸਾਨ ਏਕਤਾ ਉਗਰਾਹਾਂ ਵੱਲੋਂ ਬਹੁਤ ਜ਼ੋਰਦਾਰ ਢੰਗ ਦੇ ਨਾਲ ਬੀਜੇਪੀ ਦੇ ਆਗੂਆਂ ਦਾ ਵਿਰੋਧ ਕਰਾਂਗੇ ਤੇ ਇਸ ਪੈਲਸ ਦੇ ਵਿੱਚ ਦਾਖਲ ਨਹੀਂ ਹੋਣ ਦਿਆਂਗੇ ਕਿਸੇ ਆਪ। ਜੇ ਇੱਥੇ ਆਉਂਦੇ ਆ, ਕਿਸ ਤਰ੍ਹਾਂ ਦਾ ਆਪਣੇ ਵੱਲੋਂ ਵਿਰੋਧ ਕੀਤਾ ਜਾਊਗਾ? ਦੇਖੋ, ਸਾਡਾ ਵਿਰੋਧ ਇਸ ਹੱਦ ਤੱਕ ਰਹੂਗਾ, ਸਾਨੂੰ ਕੁੱਟ ਕੇ ਭੰਨ ਕੇ ਮੱਥੇ ਪਾੜ ਕੇ ਜਿਵੇਂ ਮਰਜ਼ੀ ਅੰਦਰ ਵੜ ਜਾਣ,
ਪੋਲੇ ਪੈਰੀਆ ਰੋਡ ਤੇ ਆ ਕੇ ਖੜ ਜਾਣਗੇ ਬੀਜੇਪੀ ਵਾਲੇ, ਨਹੀਂ ਹੋਣ ਦੇਵਾਂਗੇ। ਆਪਦਾ ਨਾਮ ਦੱਸ ਦਿਓ ਪਹਿਲਾਂ। ਦੇਖੋ ਜੀ, ਸਮਾਜ ਸੇਵੀ ਵੀਨੂ ਗੋਇਲ ਔਰ ਬਠਿੰਡਾ ਦੇ ਲੋਕਾਂ ਦਾ ਵਿਸ਼ਵਾਸ ਤੇ ਪਿਆਰ ਪਿਛਲੇ 23 ਸਾਲਾਂ ਤੋਂ ਇੰਨਾ ਮਿਲਿਆ ਕਿ ਜਿਹੜੀ ਮੇਰੇ ਨਾਲ ਜਿੰਨੀਆਂ ਸੰਸਥਾਵਾਂ ਜੁੜੀਆਂ ਜਾਂ ਮੈਂ ਜਿੰਨਾਂ ਸੰਸਥਾਵਾਂ ਨਾਲ ਜੁੜੀ ਹਾਂ, ਅਸੀਂ ਲਗਾਤਾਰ 23 ਸਾਲਾਂ ਤੋਂ ਸਮਾਜ ਸੇਵਾ ਦੇ ਲਈ ਸਮਰਪਿਤ ਹਾਂ। ਤੇ ਜਿੱਥੋਂ ਤੱਕ ਗੱਲ ਰਹੀ ਕਿ 2013 ਤੋਂ ਮੋਦੀ ਜੀ ਦੀਆਂ ਜਿੰਨੀਆਂ ਸਕੀਮਾਂ ਆਈਆਂ, ਚਾਹੇ ਜਨ ਧਨ ਯੋਜਨਾ ਹੈ, ਉਜਵਲਾ ਯੋਜਨਾ ਹੈ, ਚਾਹੇ ਉਹਨਾਂ ਨੇ ਕਿਸਾਨਾਂ ਦੇ ਖਾਤਿਆਂ 'ਚ ਸਿੱਧੇ ਪੈਸੇ ਪਾਏ ਆ, ਚਾਹੇ ਕਰੋਨਾ ਦੇ ਵਿੱਚ ਗਰੀਬ ਕਲਿਆਣ ਯੋਜਨਾ ਦੀ ਮਦਦ ਕੀਤੀ ਹੈ, ਤਾਂ 2013 ਤੋਂ ਲਗਾਤਾਰ ਉਹਨਾਂ ਦੀਆਂ ਨੀਤੀਆਂ ਜਿਹੜੀਆਂ ਉਹ ਸਮਾਜ ਸੇਵੀ ਰਹੀਆਂ ਹੈਗੀਆਂ ਤੇ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਮੈਂ ਇਹਨੂੰ ਪੂਰੀ ਤਰ੍ਹਾਂ ਸਮਰਪਿਤ ਹਾਂ ਇਸ ਪਾਰਟੀ ਨੂੰ ਔਰ ਇਹਨਾਂ ਦਾ ਪੂਰਾ ਸਮਰਥਨ ਕਰਦੀ ਹਾਂ। ਔਰ ਮੈਨੂੰ ਇਸ ਕਹਿਣ 'ਚ ਕੋਈ ਦੁਹਰਾਈ ਨਹੀਂ ਕਿ ਅੱਜ ਇੱਥੇ ਅਸੀਂ ਜਿਹੜਾ ਪ੍ਰੋਗਰਾਮ ਰੱਖਿਆ ਉਹ ਸੂਫੀ ਸੰਗੀਤ ਤੇ ਕਲਾਸਿਕ ਪ੍ਰੋਗਰਾਮ ਰੱਖਿਆ ਸੀ ਗੀਤ ਸੰਗੀਤ ਦਾ, ਤੇ ਨਾਲ ਹੀ ਅਸੀਂ ਇੱਥੇ ਅੱਜ 300 ਤੋਂ 400 ਪਰਿਵਾਰ ਹੈ ਜਿਹੜੇ ਉਹਨਾਂ ਨੂੰ ਸ਼ਾਮਲ ਕਰਨਾ ਸੀ ਬੀਜੇਪੀ ਦੇ ਵਿੱਚ। ਤੇ ਇੱਥੇ ਜਿਹੜੀ ਸਾਡੇ ਪ੍ਰਧਾਨ ਜੀ ਅਸ਼ਵਨੀ ਸ਼ਰਮਾ ਜੀ ਨੇ ਵੀ ਪਹੁੰਚਣਾ ਸੀ ਪਿਛਲੀ 7 ਤਰੀਕ ਨੂੰ, ਪਰ ਜੋ ਉਹਨਾਂ ਦਾ ਦਿੱਲੀ ਕਾਰਜਕ੍ਰਮ ਹੋਣ ਕਰਕੇ ਇੱਥੇ ਮੋਨਾ ਜੈਸਵਾਲ ਜੀ, ਸੁਰਜੀਤ ਜਿਆਨੀ ਜੀ, ਹੋਰ ਵੀ ਕਈ ਜਿਹੜੇ ਹੈ ਧਨੋਲਾ ਜੀ, ਵੱਡੇ ਲੀਡਰਾਂ ਨੇ ਇੱਥੇ ਪਹੁੰਚਣਾ ਸੀਗਾ। ਪਰ ਪ੍ਰੋਗਰਾਮ ਸਾਡਾ 10 ਵਜੇ ਸ਼ੁਰੂ ਹੋਣਾ ਸੀ। 9 ਵਜੇ ਜਿਹੜੀਆਂ ਜਿਹੜੇ ਆਪਣੇ ਆਪ ਨੂੰ ਕਹਿੰਦੇ ਕਿਸਾਨ ਲੋਕ ਨੇ, ਤੇ ਮੈਂ ਨਹੀਂ ਮੰਨਦੀ ਕਿ ਕਿਸਾਨ ਤਾਂ ਸਾਡੇ ਬਹੁਤ ਚੰਗੇ ਨੇ ਔਰ ਕਿਸਾਨਾਂ ਦੇ ਅਸੀਂ ਹਾਂ ਔਰ ਕਿਸਾਨਾਂ ਦੀ ਅਸੀਂ ਹਮੇਸ਼ਾ ਹੀ, ਕਿਉਂਕਿ ਅੰਨਦਾਤਾ ਨੇ, ਉਹਨਾਂ ਨੂੰ ਪ੍ਰਣਾਮ ਕਰਦੇ ਰਵਾਂਗੇ। ਪਰ ਇਹਦੇ ਵਿੱਚ ਕੁਝ ਸ਼ਰਾਰਤੀ ਤੱਤਵ ਨੇ ਜੋ ਉਕਸਾਉਂਦੇ ਨੇ ਇਸ ਤਰ੍ਹਾਂ ਦਾ ਵੀ ਕਿ ਅਸੀਂ ਆਜ਼ਾਦ ਦੇਸ਼ ਦੇ ਵਿੱਚ ਰਹਿੰਦੇ ਹਾਂ ਤੇ ਲੋਕਤੰਤਰ ਦੇਸ਼ ਦੇ ਵਿੱਚ ਰਹਿੰਦੇ ਆ। ਸਾਡੇ ਨੌਜਵਾਨਾਂ ਨੇ, ਸਾਡੇ ਸ਼ਹੀਦਾਂ ਨੇ ਕਿੰਨੀਆਂ ਕੁਰਬਾਨੀਆਂ ਦੇ ਕੇ ਇਸ ਦੇਸ਼ ਨੂੰ ਆਜ਼ਾਦ ਕਰਾਇਆ। ਸਭ ਨੂੰ ਆਪਣੀ ਗੱਲ ਰੱਖਣ ਦਾ ਹੱਕ ਹੈ, ਕਿਸਾਨਾਂ ਨੂੰ ਵੀ ਆਪਣੀ ਗੱਲ ਰੱਖਣ ਦਾ ਹੱਕ ਹੈ। ਜਿਹੜਾ ਵਰਗ ਕਮਜ਼ੋਰ ਹੈ ਜਾਂ ਕਿਸੇ ਤੇ ਕੋਈ ਅਤਿਆਚਾਰ ਹੋ ਰਿਹਾ ਉਹਨੂੰ ਵੀ ਆਪਣੀ ਗੱਲ ਰੱਖਣ ਦਾ ਹੱਕ ਹੈ। ਪਰ ਸਾਡੇ ਵਰਗੇ ਲੋਕ, ਅਗਰ ਅਸੀਂ ਵੀ ਇਸੇ ਧਰਤੀ ਤੇ ਜਨਮ ਲਿਆ, ਅਸੀਂ ਕੋਈ ਪ੍ਰੋਗਰਾਮ ਕਰਦੇ ਹਾਂ, ਚਾਹੇ ਵਿਆਹ ਦਾ, ਸ਼ਾਦੀ ਦਾ, ਸਾਡੀ ਸੰਸਥਾ ਦਾ, ਸਾਡਾ ਵੀ ਮਨ ਹੈ, ਆਪਣੀ ਆਪਣੀ ਵਿਚਾਰਧਾਰਾ ਹੈ। ਜੇ ਮੈਂ ਕਿਸੇ ਨਾਲ ਜੁੜੀ ਹੋਈ ਹਾਂ, ਜੇ ਮੈਂ ਕੋਈ ਖਾਸ ਪ੍ਰੋਗਰਾਮ ਇੱਥੇ ਉਲੀਕਿਆ, ਤਾਂ ਜਿਹੜੀ ਪਬਲਿਕ ਹੈ ਉਹ ਵੀ ਇੱਥੇ ਆ ਕੇ ਬੈਠ ਸਕਦੀ ਹੈ, ਉਹ ਵੀ ਪ੍ਰੋਗਰਾਮ ਕਰ ਸਕਦੀ ਹੈ, ਇਹ ਵੀ ਆਪਣੇ ਸਮਾਗਮ ਕਰ ਸਕਦੇ ਆ। ਪਰ ਉਹ ਸਮਾਗਮ ਨੂੰ ਰੋਕਣਾ ਮੈਂ ਕਹਿੰਦੀ ਹਾਂ ਬਿਲਕੁਲ ਗਲਤ ਹੈ। ਇਹ ਵੀ ਜਿਹੜੇ ਸਮਾਗਮ ਕਰਦੇ ਆ, ਜਿਹੜਾ ਵਿਦਰੋਹ ਕਰਦੇ, ਇਹਨਾਂ ਨੂੰ ਵੀ ਕਿਸੇ ਨੇ ਨਹੀਂ ਰੋਕਿਆ। ਮੈਂ ਕਹਿੰਦੀ ਹਾਂ ਮੋਦੀ ਜੀ ਵਰਗਾ ਕੋਈ ਪ੍ਰਧਾਨ ਮੰਤਰੀ ਨਹੀਂ ਹੋਣਾ ਜਿਨ੍ਹਾਂ ਨੇ ਹਮੇਸ਼ਾ ਕਿਸੇ ਵੀ ਤਰ੍ਹਾਂ ਦਰਸੋ ਕੋਈ ਇਹਨਾਂ ਤੇ ਡੰਡੇ ਬਰਸਾਏ ਹੋਣ, ਕੋਈ ਇਹਨਾਂ ਦੇ ਨਾਲ ਸਖਤੀ ਕੀਤੀ ਹੋਵੇ, ਉਹਨਾਂ ਨੇ ਕਦੇ ਵੀ ਨਹੀਂ ਕੀਤੀ। ਕਿਉਂਕਿ ਇਹ ਇੱਕ ਸਾਡਾ ਆਜ਼ਾਦ ਦੇਸ਼ ਹੈ, ਲੋਕਤੰਤਰ ਦੇਸ਼ ਹੈ, ਸਭ ਨੂੰ ਇਹ 'ਚ ਆਪਣੀ ਗੱਲ ਕਰਨ ਦਾ ਅਧਿਕਾਰ ਹੈ। ਪਰ ਇੱਕ ਦੂਸਰੇ ਦੇ ਪ੍ਰੋਗਰਾਮ ਦੇ ਵਿੱਚ ਖਲਲ ਪਾਣਾ ਫਿਰ ਆਜ਼ਾਦ ਦੇਸ਼ ਕਾਹਦਾ ਹੋਇਆ। ਭਾਰਤੀ ਜਨਤਾ ਪਾਰਟੀ ਜਿੰਦਾਬਾਦ, ਭਾਰਤੀ ਜਨਤਾ ਪਾਰਟੀ ਜਿੰਦਾਬਾਦ। ਵੀ ਤੁਹਾਡਾ ਬੀਜੇਪੀ ਦਾ ਪ੍ਰੋਗਰਾਮ ਸੀ, ਪਰ ਜਿਹੜੇ ਤੁਸੀਂ ਇਨਵੀਟੇਸ਼ਨ ਦਿੱਤੇ ਆ ਜਿਹੜੇ ਪਰਿਵਾਰਾਂ ਨੂੰ, ਉਹਨਾਂ ਨੇ ਗੱਲ ਕੀ ਹੈ ਵੀ ਸਾਨੂੰ ਸਿਰਫ ਇਹ ਕਿਹਾ ਗਿਆ ਕਿ ਇੱਥੇ ਸੂਫੀ ਪ੍ਰੋਗਰਾਮ ਹੈ। ਦੇਖੋ, ਜਿਹੜਾ ਪ੍ਰੋਗਰਾਮ ਹੈ ਇਹ ਸੂਫੀ ਪ੍ਰੋਗਰਾਮ ਹੈ। ਪਹਿਲਾਂ ਮੈਂ ਆਪਣੀ ਪਹਿਲੀ ਗੱਲ 'ਚ ਇਹ ਕਿਹਾ ਇਹ ਸੰਗੀਤ ਦਾ ਪ੍ਰੋਗਰਾਮ ਹੈ, ਲੇਕਿਨ ਜਿਹੜੇ ਮੇਰੇ ਉਹ ਸਾਰੀ ਪਬਲਿਕ ਹੈ ਜਿਹੜੀ ਉਹ ਸੰਗੀਤ ਦੇ ਪ੍ਰੋਗਰਾਮ ਤੇ ਤੁਸੀਂ ਦੇਖਿਓ ਉੱਥੇ 2000 ਲੋਕਾਂ ਦਾ ਖਾਣਾ ਬਣ ਰਿਹਾ ਹੈ। ਵੀ ਤੁਸੀਂ ਕਈ ਪਰਿਵਾਰਾਂ ਨੂੰ ਸ਼ਾਮਲ ਕਰਾਉਣਾ ਸੀ ਬੀਜੇਪੀ 'ਚ। ਉਹ ਮੇਰੀ ਜਿਹੜੀ ਹੈ ਇੰਨੀਆਂ ਕੁਰਬਾਨੀਆਂ ਦੇ ਕੇ ਇਸ ਦੇਸ਼ ਨੂੰ ਆਜ਼ਾਦ ਕਰਾਇਆ। ਸਭ ਨੂੰ ਆਪਣੀ ਗੱਲ ਰੱਖਣ ਦਾ ਹੱਕ ਹੈ, ਕਿਸਾਨਾਂ ਨੂੰ ਵੀ ਆਪਣੀ ਗੱਲ ਰੱਖਣ ਦਾ ਹੱਕ ਹੈ। ਜਿਹੜਾ ਵਰਗ ਕਮਜ਼ੋਰ ਹੈ ਜਾਂ ਕਿਸੇ ਤੇ ਕੋਈ ਅਤਿਆਚਾਰ ਹੋ ਰਿਹਾ ਉਹਨੂੰ ਵੀ ਆਪਣੀ ਗੱਲ ਰੱਖਣ ਦਾ ਹੱਕ ਹੈ। ਪਰ ਸਾਡੇ ਵਰਗੇ ਲੋਕ, ਅਗਰ ਅਸੀਂ ਵੀ ਇਸੇ ਧਰਤੀ ਤੇ ਜਨਮ ਲਿਆ, ਅਸੀਂ ਕੋਈ ਪ੍ਰੋਗਰਾਮ ਕਰਦੇ ਹਾਂ, ਚਾਹੇ ਵਿਆਹ ਦਾ, ਸ਼ਾਦੀ ਦਾ, ਸਾਡੀ ਸੰਸਥਾ ਦਾ, ਸਾਡਾ ਵੀ ਮਨ ਹੈ, ਆਪਣੀ ਆਪਣੀ ਵਿਚਾਰਧਾਰਾ ਹੈ। ਜੇ ਮੈਂ ਕਿਸੇ ਨਾਲ ਜੁੜੀ ਹੋਈ ਹਾਂ, ਜੇ ਮੈਂ ਕੋਈ ਖਾਸ ਪ੍ਰੋਗਰਾਮ ਇੱਥੇ ਉਲੀਕਿਆ, ਤਾਂ ਜਿਹੜੀ ਪਬਲਿਕ ਹੈ ਉਹ ਵੀ ਇੱਥੇ ਆ ਕੇ ਬੈਠ ਸਕਦੀ ਹੈ, ਉਹ ਵੀ ਪ੍ਰੋਗਰਾਮ ਕਰ ਸਕਦੀ ਹੈ, ਇਹ ਵੀ ਆਪਣੇ ਸਮਾਗਮ ਕਰ ਸਕਦੇ ਆ। ਪਰ ਉਹ ਸਮਾਗਮ ਨੂੰ ਰੋਕਣਾ ਮੈਂ ਕਹਿੰਦੀ ਹਾਂ ਬਿਲਕੁਲ ਗਲਤ ਹੈ। ਇਹ ਵੀ ਜਿਹੜੇ ਸਮਾਗਮ ਕਰਦੇ ਆ, ਜਿਹੜਾ ਵਿਦਰੋਹ ਕਰਦੇ, ਇਹਨਾਂ ਨੂੰ ਵੀ ਕਿਸੇ ਨੇ ਨਹੀਂ ਰੋਕਿਆ। ਮੈਂ ਕਹਿੰਦੀ ਹਾਂ ਮੋਦੀ ਜੀ ਵਰਗਾ ਕੋਈ ਪ੍ਰਧਾਨ ਮੰਤਰੀ ਨਹੀਂ ਹੋਣਾ ਜਿਨ੍ਹਾਂ ਨੇ ਹਮੇਸ਼ਾ ਕਿਸੇ ਵੀ ਤਰ੍ਹਾਂ ਦਰਸੋ ਕੋਈ ਇਹਨਾਂ ਤੇ ਡੰਡੇ ਬਰਸਾਏ ਹੋਣ, ਕੋਈ ਇਹਨਾਂ ਦੇ ਨਾਲ ਸਖਤੀ ਕੀਤੀ ਹੋਵੇ, ਉਹਨਾਂ ਨੇ ਕਦੇ ਵੀ ਨਹੀਂ ਕੀਤੀ। ਕਿਉਂਕਿ ਇਹ ਇੱਕ ਸਾਡਾ ਆਜ਼ਾਦ ਦੇਸ਼ ਹੈ, ਲੋਕਤੰਤਰ ਦੇਸ਼ ਹੈ, ਸਭ ਨੂੰ ਇਹ 'ਚ ਆਪਣੀ ਗੱਲ ਕਰਨ ਦਾ ਅਧਿਕਾਰ ਹੈ। ਪਰ ਇੱਕ ਦੂਸਰੇ ਦੇ ਪ੍ਰੋਗਰਾਮ ਦੇ ਵਿੱਚ ਖਲਲ ਪਾਣਾ ਫਿਰ ਆਜ਼ਾਦ ਦੇਸ਼ ਕਾਹਦਾ ਹੋਇਆ। ਭਾਰਤੀ ਜਨਤਾ ਪਾਰਟੀ ਜਿੰਦਾਬਾਦ, ਭਾਰਤੀ ਜਨਤਾ ਪਾਰਟੀ ਜਿੰਦਾਬਾਦ। ਵੀ ਤੁਹਾਡਾ ਬੀਜੇਪੀ ਦਾ ਪ੍ਰੋਗਰਾਮ ਸੀ, ਪਰ ਜਿਹੜੇ ਤੁਸੀਂ ਇਨਵੀਟੇਸ਼ਨ ਦਿੱਤੇ ਆ ਜਿਹੜੇ ਪਰਿਵਾਰਾਂ ਨੂੰ, ਉਹਨਾਂ ਨੇ ਗੱਲ ਕੀ ਹੈ ਵੀ ਸਾਨੂੰ ਸਿਰਫ ਇਹ ਕਿਹਾ ਗਿਆ ਕਿ ਇੱਥੇ ਸੂਫੀ ਪ੍ਰੋਗਰਾਮ ਹੈ। ਦੇਖੋ, ਜਿਹੜਾ ਪ੍ਰੋਗਰਾਮ ਹੈ ਇਹ ਸੂਫੀ ਪ੍ਰੋਗਰਾਮ ਹੈ। ਪਹਿਲਾਂ ਮੈਂ ਆਪਣੀ ਪਹਿਲੀ ਗੱਲ 'ਚ ਇਹ ਕਿਹਾ ਇਹ ਸੰਗੀਤ ਦਾ ਪ੍ਰੋਗਰਾਮ ਹੈ, ਲੇਕਿਨ ਜਿਹੜੇ ਮੇਰੇ ਉਹ ਸਾਰੀ ਪਬਲਿਕ ਹੈ ਜਿਹੜੀ ਉਹ ਸੰਗੀਤ ਦੇ ਪ੍ਰੋਗਰਾਮ ਤੇ ਤੁਸੀਂ ਦੇਖਿਓ ਉੱਥੇ 2000 ਲੋਕਾਂ ਦਾ ਖਾਣਾ ਬਣ ਰਿਹਾ ਹੈ। ਵੀ ਤੁਸੀਂ ਕਈ ਪਰਿਵਾਰਾਂ ਨੂੰ ਸ਼ਾਮਲ ਕਰਾਉਣਾ ਸੀ ਬੀਜੇਪੀ 'ਚ। ਉਹ ਮੇਰੀ ਜਿਹੜੀ ਹੈ ਮੇਰੀ 2-3 ਦਿਨ ਪਹਿਲਾਂ ਗੱਲ ਹੋਈ ਹੈ। ਜਦੋਂ ਸਾਰੇ ਅੱਜ ਦੇ ਪ੍ਰੋਗਰਾਮ ਦੀ ਗੱਲ, ਜਿਹੜੇ ਮੇਰੇ ਲਿੰਕ ਮੇਰੇ ਪਰਿਵਾਰ ਹੈ ਉਹਨਾਂ ਨੇ ਮੇਰੇ ਅੱਗੇ ਜ਼ਾਹਿਰ ਕੀਤਾ ਕਿ ਮੈਡਮ ਜਿਸ ਪਾਰਟੀ 'ਚ ਤੁਸੀਂ ਗਏ ਹੋ, ਅਸੀਂ, ਮੈਂ ਕਿਹਾ ਫਿਰ ਠੀਕ ਹੈ, ਮੈਂ ਗੈਸਟ ਬੁਲਾਏ ਹੋਏ ਹੈ ਔਰ ਮੇਰੇ ਇਸ ਪ੍ਰੋਗਰਾਮ ਦੇ ਵਿੱਚ ਗੈਸਟ ਆ ਰਹੇ ਆ, ਬੀਜੇਪੀ ਦੇ ਵੱਡੇ ਲੀਡਰ ਆ ਰਹੇ ਆ, ਕਿਉਂ ਨਾ ਮੈਂ ਤੁਹਾਨੂੰ ਉਹਨਾਂ ਤੋਂ ਹੀ ਸਰੋਪੇ ਪਵਾ ਦੂੰਗੀ। ਤਾਂ ਉਹਨਾਂ ਨੇ ਹਾਮੀ ਭਰੀ, ਉਹਨਾਂ ਨੇ ਮੈਂ ਇੱਥੇ ਬੁਲਾ ਲਿਆ। ਹੁਣ ਗੈਸਟ ਆ ਰਹੇ ਨੇ ਤੁਹਾਡੇ? ਗੈਸਟ ਤਾਂ ਆਪਣੇ ਰਸਤੇ 'ਚ ਹੀ ਹੈ ਜੀ, ਆ ਵੀ ਰਹੇ ਆ। ਹੁਣ ਬਾਹਰ ਕੀ ਮਾਹੌਲ ਹੈ ਉਹ ਤੁਸੀਂ ਦੇਖ ਰਹੇ ਹੋ। ਜੇ ਤੁਸੀਂ ਚਾਹੁੰਦੇ ਹੋ ਕਿ ਹਰ ਤਰ੍ਹਾਂ ਦੀ ਖਬਰ ਤੁਹਾਡੇ ਤੱਕ ਪਹੁੰਚੇ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਘੰਟੀ ਨੂੰ ਆਲ ਤੇ ਕਰੋ।